ਜਨ ਆਪਣੇ ਆਪ ਧਾਰਿਓ। ਪਾਵਨ ਸ਼ਬਦ ਧੰਨ ਗੁਰੂ ਅਰਜਨ ਦੇਵ ਜੀ ਦਾ ਉਹਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ। ਇਸ ਪਾਵਨ ਸ਼ਬਦ ਦੇ ਨਾਲ ਧੰਨ ਗੁਰੂ ਅਰਜਨ ਦੇਵ ਜੀ ਸਾਨੂੰ ਗਿਆਨ ਦੀ ਦਾਤ ਬਖਸ਼ਿਸ਼ ਕਰਦੇ ਹਨ ਕਿ ਜਿਹੜਾ ਵੀ ਗੁਰਮੁਖ ਪਿਆਰਾ ਗੁਰੂ ਚਰਨਾਂ ਦੇ ਨਾਲ ਜੁੜ ਕਰਕੇ ਭਜਨ ਬੰਦਗੀ ਸਿਮਰਨ ਵਾਲੇ ਪਾਸੇ ਤੁਰ ਪੈਂਦਾ ਹੈ, ਅਧਿਆਤਮਕ ਦਾ ਮਾਰਗ ਚੁਣ ਲੈਂਦਾ ਹੈ, ਉਸ ਦਾ ਭਲਾ ਆਪ ਅਕਾਲ ਪੁਰਖ ਵਾਹਿਗੁਰੂ ਕਰਦਾ ਹੈ। ਆਪਣਾ ਜਨ ਤੋਂ ਭਾਵ ਹੈ ਗੁਰਸਿੱਖ। ਜਨ ਦਾ ਅਰਥ ਹੈ ਦਾਸ, ਜਨ ਦਾ ਅਰਥ ਹੈ ਭਗਤ। ਆਪਣਾ ਜਨ, ਜਿਸ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਬਣਾ ਲਿਆ ਹੈ, ਆਪੇ ਆਪ ਉਧਾਰਿਓ ਤੇ ਫਿਰ ਆਪਣੇ ਆਪ ਹੀ ਉਸ ਦਾ ਭਲਾ ਕਰ ਦਿੰਦਾ ਹੈ। ਉਧਾਰਿਓ ਦਾ ਅਰਥ ਹੁੰਦਾ ਹੈ ਭਲਾ ਕਰਨਾ। ਉਸ ਪਰਮਾਤਮਾ ਨੇ ਜਿਸ ਨੂੰ ਆਪਣੀ ਭਜਨ ਬੰਦਗੀ ਸਿਮਰਨ ਵਾਸਤੇ ਚੁਣ ਲਿਆ ਹੈ, ਜਿਸ ਤੋਂ ਇਹ ਸੇਵਾ ਲੈਣੀ ਹੈ, ਤੇ ਫਿਰ ਆਪ ਹੀ ਕਿਰਪਾ ਕਰਦਾ ਹੈ। ਉਸ ਗੁਰਮੁਖ ਪਿਆਰੇ ਗੁਰਸਿੱਖ ਦਾ ਆਪ ਜੀਵਨ ਸਫਲ ਕਰ ਦਿੰਦਾ ਹੈ ਜੀ। ਆਠ ਪਹਿਰ ਜਨ ਕੈ ਸੰਗ ਬਸਿਓ, ਮਨ ਤੇ ਨਾਹਿ ਵਿਸਾਰਿਓ। ਇਸ ਤੁਕ ਦੇ ਅੰਦਰ ਗੁਰੂ ਦੀ ਤੇ ਗੁਰੂ ਦੇ ਸਿੱਖ ਦੀ ਆਪਸ ਦੇ ਵਿੱਚ ਜੋ ਮਿਲਾਪ ਵਾਲੀ ਨਿਸ਼ਾਨੀ ਹੈ, ਗੁਰੂ ਮਹਾਰਾਜ ਜੀ ਉਹ ਦੱਸ ਰਹੇ ਨੇ। ਜਿਸ ਗੁਰਸਿੱਖ ਨੂੰ, ਜਿਸ ਭਗਤ ਨੂੰ, ਜਿਸ ਦਾਸ ਨੂੰ ਉਸ ਪਰਮਾਤਮਾ ਨੇ ਆਪਣਾ ਬਣਾ ਲਿਆ ਹੈ, ਗੁਰੂ ਨੇ ਆਪਣਾ ਬਣਾ ਲਿਆ ਹੈ, ਉਸ ਦਾ ਫਿਰ ਭਲਾ ਆਪ ਪਰਮਾਤਮਾ ਕਰਦਾ ਹੈ। ਅੱਠ ਪੈਰ ਨੇ, 4 ਪੈਰ ਦਿਨ ਦੇ ਨੇ ਤੇ 4 ਪੈਰ ਰਾਤ ਦੇ ਨੇ। ਜਨ ਕੈ ਸੰਗ ਬਸਿਓ, ਉਹ ਫਿਰ ਆਪਣੇ ਗੁਰਸਿੱਖ ਭਗਤ ਦੇ ਅੰਗ ਸੰਗ ਸਾਏ ਹੁੰਦਾ ਹੈ। ਅੱਠੇ ਵਕਤ, ਅੱਠੇ ਪੈਰ ਆਪਣੇ ਗੁਰਸਿੱਖ ਦੇ ਅੰਗ ਸੰਗ ਸਾਏ ਹੁੰਦਾ ਹੈ। ਇਹ ਹੈ ਗੁਰੂ ਦੀ ਵਡਿਆਈ। ਤੇ ਜਿਹੜਾ ਗੁਰੂ ਦਾ ਸਿੱਖ ਹੁੰਦਾ ਹੈ, ਮਨ ਤੇ ਨਾਹਿ ਵਿਸਾਰਿਓ, ਉਹ ਕਦੇ ਉਸ ਨੂੰ ਮਨ ਤੋਂ ਨਹੀਂ ਵਿਸਾਰਦਾ। ਗੁਰੂ ਦਾ ਸਿੱਖ ਆਪਣੇ ਗੁਰੂ ਨੂੰ, ਆਪਣੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਇਤਨਾ ਪਿਆਰ ਕਰਦਾ ਹੈ ਕਿ ਮਨ ਦੇ ਨਾਲ ਉਸ ਨੂੰ ਹਰ ਵਕਤ ਚੇਤੇ ਰੱਖਦਾ ਹੈ, ਯਾਦ ਰੱਖਦਾ ਹੈ। ਇਹ ਗੁਰਸਿੱਖ ਦੀ ਵਡਿਆਈ ਹੈ। ਤੇ ਗੁਰੂ ਦੀ ਵਡਿਆਈ ਇਹ ਹੈ ਕਿ ਗੁਰੂ ਫਿਰ ਅੰਗ ਸੰਗ ਸਹਾਇ ਹੋ ਕੇ ਆਪਣੇ ਗੁਰਸਿੱਖ ਦੀ ਆਪ ਪਾਲਣਾ ਕਰਦਾ ਹੈ, ਆਪਣੇ ਗੁਰਸਿੱਖ ਦਾ ਆਪ ਰਕਸ਼ਕ ਬਣਦਾ ਹੈ ਜੀ। ਵਰਨ ਜਹਨ ਨਾਹਿ ਕਿਛ ਵੇਖਿਓ, ਦਾਸ ਕਾ ਗੁਣ ਵਿਚਾਰਿਓ। ਅੱਗੇ ਧੰਨ ਗੁਰੂ ਮਹਾਰਾਜ ਜੀ ਵਿਸ਼ਰਾਮ ਲਾ ਕੇ ਕਿਰਪਾ ਕਰਦੇ ਨੇ। ਵਰਨ ਦਾ ਅਰਥ ਹੁੰਦਾ ਹੈ ਰੰਗ, ਚਿੰਨ੍ਹ ਦਾ ਅਰਥ ਹੁੰਦਾ ਹੈ ਨਕਸ਼। ਸਾਡੇ ਸਰੀਰ ਦਾ ਰੰਗ ਤੇ ਸਾਡੇ ਸਰੀਰ ਦੇ ਚਿੰਨ੍ਹ ਨਕਸ਼, ਜਿਵੇਂ ਨੱਕ, ਕੰਨ, ਅੱਖਾਂ, ਬੁੱਲ੍ਹ, ਮੂੰਹ, ਇਹ ਸਾਰੇ ਸਾਡੇ ਸਰੀਰ ਦੇ ਨਕਸ਼ ਹਨ। ਜਿਸ ਦੇ ਚਿੰਨ੍ਹ, ਜਿਸ ਦੇ ਨਕਸ਼ ਜਿਤਨੇ ਜ਼ਿਆਦਾ ਸੋਹਣੇ ਹੋਣਗੇ, ਉਸ ਦੀ ਉਤਨੀ ਜ਼ਿਆਦਾ ਸੁੰਦਰਤਾ ਹੀ ਹੋਏਗੀ। ਇਸੇ ਤਰ੍ਹਾਂ ਜਿਸ ਦਾ ਰੰਗ ਜ਼ਿਆਦਾ ਸਾਫ਼ ਹੋਏਗਾ, ਉਹ ਰੰਗ ਕਰਕੇ ਉਤਨਾ ਜ਼ਿਆਦਾ ਸੁੰਦਰਤਾਈ ਵਾਲਾ ਹੋਏਗਾ। ਵਰਨ ਚਿੰਨ੍ਹ ਨਾਹੀ ਕਿਛ ਵੇਖਿਓ, ਵੇਖਿਓ ਦਾ ਅਰਥ ਹੁੰਦਾ ਹੈ ਵੇਖਣਾ। ਜਿਸ ਨੂੰ ਉਹ ਪਰਮਾਤਮਾ ਆਪਣਾ ਬਣਾਉਂਦਾ ਹੈ, ਉਸ ਦਾ ਰੰਗ ਰੂਪ ਵੇਖ ਕੇ ਜਾਂ ਸਰੀਰ ਦੇ ਚਿੰਨ੍ਹ ਚੱਕਰ ਨਕਸ਼ ਵੇਖ ਕੇ ਉਹਨੂੰ ਪਸੰਦ ਨਹੀਂ ਕਰਦਾ। ਉਹ ਉਸ ਦੇ ਮਨ ਨੂੰ ਵੇਖ ਕੇ ਉਹਨੂੰ ਪਸੰਦ ਕਰਦਾ ਹੈ। ਇਹਦਾ ਭਾਵ ਇਹ ਹੈ ਕਿ ਪਰਮਾਤਮਾ ਸਾਡੇ ਚਿੰਨ੍ਹ ਚੱਕਰ ਨੇ ਜਿਹੜੇ ਸਰੀਰ ਦੀ ਸੁੰਦਰਤਾ ਹੀ ਜਿਹੜੀ, ਉਹਨੂੰ ਵੇਖ ਕੇ ਗੁਰਸਿੱਖ ਨੂੰ ਪਸੰਦ ਨਹੀਂ ਕਰਦਾ। ਪਰਮਾਤਮਾ ਸਾਡੇ ਮਨ ਨੂੰ ਵੇਖ ਕੇ
ਸਾਨੂੰ ਪਸੰਦ ਕਰਦਾ ਹੈ। ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ ਪ੍ਰਮਾਣ ਹੁੰਦਾ ਹੈ, ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ। ਇਹ ਬੜੇ ਵੱਡੇ ਖਜ਼ਾਨੇ ਨੇ ਉਸ ਪਰਮਾਤਮਾ ਦੇ। ਅਤ ਸੁੰਦਰ, ਜਿਹੜਾ ਬਹੁਤ ਜ਼ਿਆਦਾ ਸਰੀਰ ਕਰਕੇ ਸੁੰਦਰ ਹੋਵੇ। ਕੁਲੀਨ, ਉੱਚੀ ਕੁਲ ਦੇ ਵਿੱਚ ਜਨਮ ਲਿਆ ਹੋਵੇ। ਚਤਰ, ਬੜਾ ਚਤਰ ਚਲਾਕ ਸਿਆਣਾ ਸਮਝਦਾਰ ਹੋਵੇ। ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ, ਤੇ ਗਿਆਨੀਆਂ ਦੇ ਵਿੱਚੋਂ ਮੁਖੀ ਹੋਵੇ। ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਉਸਦੇ ਕੋਲ ਧਨ ਦੌਲਤ ਵੀ ਬਹੁਤ ਹੋਵੇ। ਤੇ ਫਿਰ ਗੁਰੂ ਮਹਾਰਾਜ ਜੀ ਅੱਗੇ ਕੀ ਲਿਖਦੇ ਨੇ, ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਜੇ ਉਹਦੇ ਮਨ ਦੇ ਵਿੱਚ ਪਰਮਾਤਮਾ ਦਾ ਪਿਆਰ ਨਹੀਂ ਨਾ, ਫਿਰ ਉਹ ਮਰਿਆ ਹੋਇਆ ਹੈ, ਉਹ ਮੁਰਦੇ ਦੀ ਤਰ੍ਹਾਂ ਹੈ। ਇੱਕ ਦੇਸ਼ ਹੈ, ਮੈਨੂੰ ਥੋੜਾ ਜਿਹਾ ਨਾਮ ਵਿਸਰ ਗਿਆ, ਮੈਂ ਪੜ੍ਹ ਕੇ ਬੜਾ ਹੈਰਾਨ ਹੋਇਆ। ਉਸ ਦੇਸ਼ ਦੀ ਇਸ ਤਰ੍ਹਾਂ ਦੀ ਪਰੰਪਰਾ ਹੈ, ਜਦੋਂ ਉੱਥੇ ਕੋਈ ਮਰ ਜਾਂਦਾ ਹੈ ਨਾ, ਤੇ ਫਿਰ ਉਸ ਦੇ ਮੁਰਦੇ ਨੂੰ ਸਜਾਇਆ ਜਾਂਦਾ ਹੈ। ਤੇ ਮੁਰਦੇ ਨੂੰ ਸਜਾਉਣ ਵਾਲੀਆਂ ਦੁਕਾਨਾਂ ਨੇ, ਮੁਰਦਿਆਂ ਨੂੰ ਸਜਾਉਣ ਵਾਲੀਆਂ ਦੁਕਾਨਾਂ ਨੇ। ਜਦੋਂ ਕੋਈ ਸਰੀਰ ਛੱਡ ਜਾਂਦਾ ਹੈ, ਮਰ ਜਾਂਦਾ ਹੈ, ਤੇ ਜਿਤਨਾ ਕੋਈ ਜ਼ਿਆਦਾ ਅਮੀਰ ਹੁੰਦਾ ਹੈ, ਉਸ ਮੁਰਦੇ ਨੂੰ ਉਹ ਉਤਨਾ ਜ਼ਿਆਦਾ ਹੀ ਸਜਾਵਟ ਕਰਦਾ, ਉਤਨਾ ਜ਼ਿਆਦਾ ਮਹਿੰਗਾ ਖਰਚਾ ਉਹਦੇ 'ਤੇ ਲਾ ਦਿੰਦਾ ਹੈ। ਮੁਰਦੇ ਨੂੰ ਸਜਾ ਕੇ ਤੇ ਫਿਰ ਗਲੀਆਂ ਦੇ ਵਿੱਚ ਚੱਕਰ ਕੱਢਿਆ ਜਾਂਦਾ ਹੈ ਹੁੰਦਾ। ਲੋਕਾਂ ਨੂੰ ਵਿਖਾਇਆ ਜਾਂਦਾ ਵੀ ਅਸੀਂ ਆਪਣੇ ਬਾਪੂ ਨੂੰ ਇਤਨਾ ਸ਼ਿੰਗਾਰਿਆ ਹੈ ਤੇ ਹੁਣ ਇਹਦਾ ਸੰਸਕਾਰ ਕਰਨ ਲੱਗੇ, ਇਤਨੇ ਪੈਸੇ ਇਹਦੇ ਮੁਰਦੇ ਸਰੀਰ 'ਤੇ ਲਾ ਦਿੱਤੇ ਨੇ। ਬੜੀ ਹੈਰਾਨਗੀ ਵਾਲੀ ਗੱਲ, ਹੁਣ ਇਹਨੂੰ ਮੁਰਦੇ ਨੂੰ ਕੀ ਪਤਾ ਵੀ ਮੇਰੇ 'ਤੇ ਕਿੰਨਾ ਖਰਚਾ ਲਾਇਆ ਹੈ, ਮੈਨੂੰ ਕਿਤਨਾ ਸ਼ਿੰਗਾਰਿਆ ਹੈ, ਇਹਨੂੰ ਕੁਝ ਵੀ ਪਤਾ ਨਹੀਂ। ਸੋ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਮਿਰਤਕ ਕਹੀਏ ਉਹ ਮੁਰਦਾ ਹੈ, ਮੁਰਦਾ ਸ਼ਿੰਗਾਰਿਆ ਹੋਇਆ। ਮੈਨੂੰ ਇਹ ਤਾਂ ਗੱਲ ਦੱਸਣੀ ਪਈ ਹੈ, ਮਿਰਤਕ ਕਹੀਏ ਨਾਨਕਾ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਇਹ ਮੁਰਦਾ ਸ਼ਿੰਗਾਰਿਆ ਹੋਇਆ ਹੈ, ਇਹ ਮਰਿਆ ਹੋਇਆ ਹੈ। ਜੇ ਪ੍ਰੀਤ ਨਹੀਂ ਭਗਵੰਤ, ਜਿਸ ਦੇ ਅੰਦਰ ਉਸ ਪ੍ਰਭੂ ਪਰਮਾਤਮਾ ਦਾ ਪਿਆਰ ਨਹੀਂ, ਉਸ ਵਾਹਿਗੁਰੂ ਦੀ ਪ੍ਰੀਤ ਨਹੀਂ ਹੈਗੀ ਨਾ, ਉਹ ਮੁਰਦਾ ਸ਼ਿੰਗਾਰਿਆ ਹੋਇਆ ਹੈ। ਸੋ ਇਸੇ ਤਰ੍ਹਾਂ ਧੰਨ ਗੁਰੂ ਮਹਾਰਾਜ ਜੀ ਇੱਥੇ ਕਿਰਪਾ ਕਰਦੇ ਨੇ, ਵਰਨ ਚਿਹਨ ਨਾਹੀ ਕਿਛ ਪੇਖਿਓ। ਉਸ ਪਰਮਾਤਮਾ ਨੇ ਸਾਡੀ ਬਾਹਰ ਦੀ ਜਿਹੜੀ ਸੁੰਦਰਤਾ ਹੀ ਹੈ ਨਾ ਸਰੀਰ ਦੀ, ਉਹ ਨਹੀਂ ਜੇ ਵੇਖਣੀ ਤੇ ਨਾ ਹੀ ਵੇਖੀ ਹੈ। ਦਾਸ ਕਾ ਕੁਲ ਨਾ ਵਿਚਾਰਿਓ। ਕੁਲ ਦਾ ਅਰਥ ਹੈ ਜਿਹੜੀ ਕੁਲ ਦੇ ਵਿੱਚ ਅਸੀਂ ਜਨਮ ਲਿਆ ਏ, ਉਸ ਕੁਲ ਦੀ ਵੀ ਉਸ ਪਰਮਾਤਮਾ ਨੇ ਵਿਚਾਰ ਨਹੀਂ ਕੀਤੀ ਵੀ ਇਹ ਕਿਹੜੀ ਕੁਲ ਦੇ ਵਿੱਚ ਆਇਆ ਹੋਇਆ ਹੈ, ਤੇ ਫਿਰ ਉਹ ਕਿਵੇਂ ਪਿਆਰ ਕਰਦਾ ਹੈ, ਅੰਦਰ ਮਨ ਦੀ ਪ੍ਰੀਤੀ ਦੇ ਨਾਲ। ਦਾਸ ਬੇਨਤੀ ਕਰਦਾ ਹੁੰਦਾ ਹੈ, ਪਰਮਾਤਮਾ ਦੀ ਪ੍ਰਾਪਤੀ ਦਾ ਜਿਹੜਾ ਵਿਸ਼ਾ ਨਾ, ਉਹ ਮਨ ਦਾ ਸਬਜੈਕਟ ਹੈ, ਮਨ ਦਾ ਵਿਸ਼ਾ ਹੈ, ਸਰੀਰ ਦਾ ਵਿਸ਼ਾ ਨਹੀਂ, ਸਰੀਰ ਦਾ ਸਬਜੈਕਟ ਨਹੀਂ। ਸਰੀਰ ਭਾਵੇਂ ਰੋਜ਼ ਪ੍ਰਸ਼ਾਦਾ ਛਕੇ ਤੇ ਭਾਵੇਂ ਰੋਜ਼ ਵਰਤ ਰੱਖੇ, ਜੇ ਮਨ ਉਸ ਪ੍ਰਭੂ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਨਹੀਂ ਲੱਗਿਆ ਨਾ, ਤੇ ਫਿਰ ਸਰੀਰ ਦੇ ਨਾਲ ਉਸ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਮਨ ਦੇ ਵਿੱਚ ਉਸ ਦਾ ਪਿਆਰ ਹੋਵੇ, ਪਿਆਰ ਦੇ ਨਾਲ ਉਸ ਦੇ ਨਾਮ ਨੂੰ ਜਪਿਆ ਜਾਵੇ, ਸਿਮਰਨ ਕੀਤਾ ਜਾਵੇ, ਬੰਦਗੀ ਕੀਤੀ ਜਾਵੇ, ਤੇ ਫਿਰ ਉਸ ਦੀ ਪ੍ਰਾਪਤੀ ਹੁੰਦੀ ਹੈ। ਉਸ ਦੀ ਪ੍ਰਾਪਤੀ ਦੇ ਸਾਧਨ ਨੇ, ਸਾਧਨ ਇਹ ਸਹਾਇਕ ਨੇ, ਪ੍ਰੇਮ ਪੈਦਾ ਕਰਨ ਵਾਲੇ। ਜਦੋਂ ਸੇਵਾ ਕਰਦੇ ਹਾਂ, ਸਿਮਰਨ ਕਰਦੇ ਹਾਂ, ਇਸ ਦੇ ਨਾਲ ਪ੍ਰੇਮ ਵੱਧਦਾ ਹੈ, ਅਰਦਾਸ ਦੇ ਨਾਲ ਪ੍ਰੇਮ ਵੱਧਦਾ ਹੈ। ਸੋ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਪਰਮਾਤਮਾ ਮਨ ਕਰਕੇ ਮਿਲਦਾ ਹੈ। ਜੀਉ ਮੈਲੇ ਬਾਹਰੋਂ ਨਿਰਮਲ। ਧੰਨ ਗੁਰੂ ਮਹਾਰਾਜ ਜੀ ਨੇ ਆਨੰਦ ਸਾਹਿਬ ਦੇ ਅੰਦਰ ਸਾਨੂੰ ਦੱਸਿਆ ਕਿ ਜੇ ਅਸੀਂ ਜੀ ਕਰਕੇ ਮੈਲੇ ਹਾਂ, ਸਾਡੇ ਅੰਦਰ ਮੈਲੇ ਤੇ ਤਨ ਦੀ ਜਿਹੜੀ ਨਿਰਮਲਤਾ ਹੀ ਹੈ ਨਾ, ਸ਼ੁੱਧਤਾ ਹੀ ਹੈ, ਪਵਿੱਤਰਤਾ ਹੀ ਹੈ, ਇਹ ਅਹਿਮੀਅਤ ਨਹੀਂ ਰੱਖਦੀ। ਬਾਹਰੋਂ ਤਾਂ ਨਿਰਮਲ, ਜੀਉ ਨਿਰਮਲ। ਬਾਹਰੋਂ ਅਸੀਂ ਨਿਰਮਲ ਹੀ ਤਾਂ ਹੋ ਸਕਦੇ ਹਾਂ ਜੇ ਸਾਡਾ ਅੰਦਰੋਂ ਜੀ ਨਿਰਮਲ ਹੈ। ਸਾਡਾ ਅੰਦਰ ਜਿਹੜਾ ਉਹਦੇ ਵਿੱਚ ਉਸ ਪ੍ਰਭੂ ਪਰਮਾਤਮਾ ਦਾ ਪ੍ਰੇਮ ਹੈ, ਉਸ ਦੇ ਪਿਆਰ ਦੇ ਵਿੱਚ ਅਸੀਂ ਜਿਉਂਦੇ ਹਾਂ, ਅੰਦਰ ਪਵਿੱਤਰ ਵਿਕਾਰਾਂ ਤੋਂ, ਬੁਰਾਈਆਂ ਤੋਂ ਰਹਿਤੇ, ਤੇ ਫਿਰ ਅਸੀਂ ਬਾਹਰੋਂ ਵੀ ਪਵਿੱਤਰ ਹੋ ਸਕਦੇ, ਨਹੀਂ ਤਾਂ ਨਹੀਂ ਹੋ ਸਕਦੇ। ਸੋ ਇਸ ਤਰ੍ਹਾਂ ਉਹ ਪ੍ਰਭੂ ਪਰਮਾਤਮਾ
ਮਨ ਦੀ ਸ਼ੁੱਧਤਾ ਹੀ ਕਰਕੇ ਪ੍ਰਾਪਤ ਹੁੰਦਾ ਹੈ, ਨਾ ਕਿ ਬਾਹਰ ਤੇ ਚੱਕਰ ਚਿੰਨ੍ਹ ਜਾਂ ਰੰਗ ਰੂਪ ਫੁੱਲ ਆਦਿਕ ਵੇਖ ਕੇ ਜੀ। ਕਰ ਕਿਰਪਾ ਨਾਮ ਹਰਿਓ ਸਹਜ ਸੁਭਾਏ ਸਵਾਲਿਓ। ਕਰ ਕਿਰਪਾ, ਉਸਨੇ ਕਿਰਪਾ ਕੀ ਕਰਨਾ ਕੀਤੀ ਹੈ। ਨਾਮ ਹਰ ਦਿਓ ਤੇ ਆਪਣਾ ਹਰਿਆ ਭਰਿਆ ਕਰਨ ਵਾਲਾ ਨਾਮ ਦੇ ਦਿੱਤਾ ਹੈ। ਕਈ ਵਾਰੀ ਅਸੀਂ ਬੈਠ ਵੀ ਜਾਂਦੇ ਆ, ਸਮਾਂ ਵੀ ਹੁੰਦਾ ਹੈ, ਪਰ ਮਨ ਇਹਨਾਂ ਜਿਹੜਾ ਇਹ ਬੜੀ ਅੜੀ ਕਰਦਾ ਹੈ, ਨਾਮ ਨਹੀਂ ਜਪਦਾ, ਸਿਮਰਨ ਨਹੀਂ ਕਰਦਾ, ਕਿਸੇ ਹੋਰ ਪਾਸੇ ਹੀ ਤੁਰਿਆ ਫਿਰਦਾ ਰਹਿੰਦਾ ਹੈ। ਤੇ ਫਿਰ ਆਪ ਹੀ ਇਹ ਦੁਖੀ ਹੋ ਕੇ ਉੱਠ ਪੈਂਦਾ ਵੀ ਮਨ ਨਹੀਂ ਲੱਗਦਾ। ਅਸੀਂ ਬੈਠ ਗਏ ਹਾਂ, ਚੌਂਕੜਾ ਮਾਰ ਲਿਆ, ਸਮਾਂ ਵੀ ਹੈਗਾ ਏ, ਸਰੀਰ ਵੀ ਤੰਦਰੁਸਤ ਹੈ, ਪਰ ਮਨ ਨੇ ਅੜੀ ਕਰ ਲਈ, ਇਹ ਸਿਮਰਨ ਦੇ ਵਿੱਚ ਨਹੀਂ ਲੱਗਦਾ। ਜਦੋਂ ਮਨ ਸਿਮਰਨ ਦੇ ਵਿੱਚ ਨਹੀਂ ਲੱਗਦਾ, ਫਿਰ ਅਸੀਂ ਅੱਕ ਕੇ ਉੱਠ ਬੈਠੇ ਹਾਂ ਤੇ ਇਹ ਕਹਿ ਦਿੰਦੇ ਹਾਂ ਅੱਜ ਮਨ ਸਿਮਰਨ ਦੇ ਵਿੱਚ ਨਹੀਂ ਲੱਗਿਆ। ਹੁਣ ਇਹ ਸ਼ਬਦ ਕਿੰਨੇ ਆਖੇ ਨੇ ਵੀ ਅੱਜ ਮਨ ਸਿਮਰਨ ਵਿੱਚ ਨਹੀਂ ਲੱਗਿਆ। ਮਨ ਸਿਮਰਨ ਨਹੀਂ ਕਰਦਾ ਤੇ ਫਿਰ ਉੱਠ ਕੇ ਆਖਿਆ ਜਾਂਦਾ ਹੈ ਇਹ ਮਨ ਜਿਹੜਾ ਅੱਜ ਸਿਮਰਨ ਵਿੱਚ ਨਹੀਂ ਲੱਗਿਆ। ਇਹ ਸ਼ਬਦ ਕਿੰਨੇ ਆਖੇ ਨੇ? ਇਹ ਸਾਡੀ ਆਤਮਾ ਦੀ ਆਵਾਜ਼ ਹੈ, ਕਿਉਂਕਿ ਅੱਜ ਸਾਡੀ ਆਤਮਾ ਜਿਹੜੀ ਰੂਹਾਨੀਅਤ ਦੀ ਖੁਰਾਕ ਤੋਂ ਭੁੱਖੀ ਰਹਿ ਗਈ ਹੈ। ਅੱਜ ਇਹਦਾ ਬ੍ਰੇਕਫਾਸਟ ਨਹੀਂ ਹੋਇਆ। ਅੰਮ੍ਰਿਤ ਵੇਲੇ ਦਾ ਜਿਹੜਾ ਇਹਨੂੰ ਨਾਮ ਰਸ ਮਿਲਣਾ ਸੀ, ਨਾਮ ਨੂੰ ਇਹਨੇ ਭੋਗਣਾ ਸੀ, ਉਹ ਨਹੀਂ ਭੋਗਿਆ ਗਿਆ। ਤੇ ਭੋਗਿਆ ਕਿਉਂ ਨਹੀਂ ਗਿਆ? ਕਿਉਂਕਿ ਮਨ ਜਿਹੜਾ ਉਹਨੇ ਸਾਥ ਨਹੀਂ ਦਿੱਤਾ। ਬਿਰਤੀ ਪ੍ਰਭਾਕਰ ਗ੍ਰੰਥ ਹੈ, ਉਹਦੇ ਵਿੱਚ ਬੜਾ ਸੁੰਦਰ ਇਹ ਪ੍ਰਸੰਗ ਹੈ ਕਿ ਆਤਮਾ ਤੇ ਮਨ ਦਾ ਜਿਹੜਾ ਸੰਯੋਗ ਹੈ ਨਾ, ਇਹਦੇ ਨਾਲ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਮਨ ਜਿਹੜਾ ਇਹਦਾ ਦੋਵੇਂ ਪਾਸੇ ਸੰਯੋਗ ਹੈ। ਮਨ ਜਦੋਂ ਇੰਦਰੀਆਂ ਦੇ ਨਾਲ ਜੁੜਦਾ ਹੈ ਤੇ ਇਹ ਬਾਹਰ ਦੇ ਰਸਾਂ ਨੂੰ ਪ੍ਰਾਪਤ ਕਰਦਾ ਹੈ। ਮਨ ਜਿਹੜਾ ਇਹ ਜਦੋਂ ਇੰਦਰੀਆਂ ਦੇ ਨਾਲ ਜੁੜਦਾ ਹੈ ਤੇ ਬਾਹਰ ਦੇ ਜਿਹੜੇ ਸਵਾਦ ਨੇ ਉਹਨਾਂ ਨੂੰ ਪ੍ਰਾਪਤ ਕਰਦਾ ਹੈ। ਬਾਹਰ ਦੇ ਸਵਾਦ, ਬਾਹਰ ਦੇ ਰਸ ਪ੍ਰਾਪਤ ਕਰਕੇ ਤੇ ਇਹ ਆਪ ਰੱਜ ਜਾਂਦਾ ਹੈ। ਆਤਮਾ ਜਿਹੜੀ ਹੈ ਉਹ ਭੁੱਖੀ ਰਹਿ ਜਾਂਦੀ ਹੈ, ਕਿਉਂਕਿ ਆਤਮਾ ਦੀ ਉਹ ਖੁਰਾਕ ਨਹੀਂ ਹੈਗੀ। ਇੱਕ ਉਦਾਹਰਨ ਦੇ ਨਾਲ ਸਮਝਾਵਾਂ, ਕੋਈ ਕਿਸੇ ਪਸ਼ੂ ਦਾ ਬੱਚਾ ਹੈ, ਇਸ ਤਰ੍ਹਾਂ ਲਾ ਲਓ ਕਿ ਗਾਂ ਦਾ ਬੱਚਾ ਹੈ, ਉਹ ਰਾਤ ਨੂੰ ਖੁੱਲ੍ਹ ਕੇ ਤੇ ਕਿਸੇ ਹੋਰ ਗਾਂ ਨੂੰ ਚੁੰਘ ਬੈਠਾ ਭੁਲੇਖੇ ਦੇ ਨਾਲ। ਜਦੋਂ ਚੁੰਘ ਬੈਠਾ ਤੇ ਹੁਣ ਉਹਨੂੰ ਛੱਡਿਆ ਵੀ ਚੱਲ ਤੇਰੀ ਮਾਂ ਨੂੰ ਚੁੰਘ ਤੈਨੂੰ ਛੱਡਿਆ ਉਹਦੇ ਥੱਲੇ ਤੇ ਤੇਰੀ ਮਾਂ ਦਾ ਦੁੱਧ ਕੱਢਣਾ ਹੈ। ਬੱਚਾ ਉੱਧਰ ਨੂੰ ਮੂੰਹ ਹੀ ਨਹੀਂ ਕਰਦਾ ਕਿਉਂਕਿ ਰੱਜਿਆ ਹੋਇਆ ਹੈ। ਇਸੇ ਤਰ੍ਹਾਂ ਮਨ ਜਿਹੜਾ ਜਦੋਂ ਬਾਹਰੀ ਅੱਖਾਂ ਨਾਲ, ਕੰਨਾਂ ਨਾਲ, ਰਸਨਾ ਨਾਲ, ਸਪਰਸ਼ ਕਿਰਿਆ ਚਮੜੀ ਨਾਲ, ਨਾਸਾਂ ਨਾਲ ਬਾਹਰ ਦੇ ਰਸਾਂ ਨੂੰ ਮਾਣ ਲੈਂਦਾ ਹੈ ਤੇ ਫਿਰ ਇਹ ਬਾਹਰ ਦੇ ਰਸਾਂ ਨਾਲ ਰੱਜ ਜਾਂਦਾ ਹੈ। ਆਤਮਾ ਜਿਹੜੀ ਉਹਦੇ ਨਾਲ ਜੁੜ ਕੇ ਨਾਮ ਰਸ ਦੀ ਪ੍ਰਾਪਤੀ ਨਹੀਂ ਕਰਦਾ। ਇਸ ਕਰਕੇ ਸਾਨੂੰ ਧੰਨ ਗੁਰੂ ਮਹਾਰਾਜ ਜੀ ਦੀ ਬਾਣੀ ਹੈ ਜਿਹੜੀ ਇਹ ਕਹਿੰਦੀ ਹੈ ਵੀ ਮਨ ਜਿਹੜਾ ਇਹ ਇੰਦਰੀਆਂ ਦੇ ਰਸਾਂ ਨੂੰ ਛੱਡ ਕੇ ਤੇ ਨਾਮ ਰਸ ਦੇ ਨਾਲ, ਆਤਮਾ ਦੇ ਨਾਲ ਸੰਯੋਗ ਕਰੇ ਤੇ ਫਿਰ ਸਾਡੀ ਆਤਮਾ ਬਲਵਾਨ ਹੁੰਦੀ ਹੈ। ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ ਫਰਮਾਨੇ ਰਸ ਨਿਰਸਨ, ਰਸ ਨਿਰਸਨ ਰਸ ਗਾਵੇ ਹੈ। ਰਸ ਨਿਰਸਨ, ਨਿਰਸਨ ਦਾ ਅਰਥ ਹੁੰਦਾ ਰਸ ਤੋਂ ਰਹਿਤ ਹੋ ਕੇ, ਰਸ ਨਿਰਸਨ ਰਸ ਗਾਵੇ। ਰਸ ਨਿਰਸਨ ਜਿਹੜਾ ਮਨ ਦਾ ਰਸ ਇੰਦਰੀਆਂ ਦੇ ਨਾਲ ਪ੍ਰਾਪਤ ਕਰਨਾ, ਉਧਰੋਂ ਨਿਰਸਨ, ਉਧਰੋਂ ਰਸ ਤੋਂ ਰਹਿਤ ਹੋ ਜਾਵੇ, ਰਸ ਗਾਵੇ ਤੇ ਫਿਰ ਹੀ ਇਹ ਮਨ ਇਹਨਾਂ ਜਿਹੜਾ ਇਹ ਆਤਮਾ ਦਾ ਸੰਯੋਗ ਕਰਕੇ ਤੇ ਪ੍ਰਭੂ ਪਰਮਾਤਮਾ ਦੇ ਰਸ ਨੂੰ ਗਾਇਨ ਕਰਦਾ ਹੈ। ਪ੍ਰਭੂ ਪਰਮਾਤਮਾ ਦੇ ਗਾਇਨ ਦੇ ਵਿੱਚ ਰਸ ਲੈਂਦਾ, ਰੁਚੀ ਲੈਂਦਾ। ਜੇ ਰੱਜਿਆ ਹੋਇਆ ਤੇ ਫਿਰ ਨਹੀਂ ਰੁਚੀ ਲੈਗਾ। ਇੱਕ ਹੋਰ ਤਰੀਕੇ ਦੇ ਨਾਲ ਮੈਂ ਸਮਝਾਉਣ ਦਾ ਯਤਨ ਕਰਾਂ। ਸਾਡਾ ਸਰੀਰ ਹੈ, ਇਹਨੂੰ 5 ਕੋਸ਼ਾਂ ਦੇ ਵਿੱਚ ਵੰਡਿਆ ਹੋਇਆ ਹੈ ਵਿਦਵਾਨਾਂ ਨੇ। 98 ਕੋਸ਼
ਜਿੱਥੇ ਅੰਨ ਹੁੰਦਾ ਹੈ। ਅਸੀਂ ਜੋ ਵੀ ਖਾਂਦੇ ਆ ਜਿੱਥੇ ਪੈਂਦਾ ਹੈ ਇਹਨੂੰ ਅੰਨਮਈ ਕੋਸ਼ ਕਹਿੰਦੇ ਨੇ। ਅੰਨਮਈ ਕੋਸ਼ ਤੇ ਦੂਜਾ ਪ੍ਰਾਣਮਈ ਕੋਸ਼, ਜਿੱਥੇ ਪ੍ਰਾਣ ਹੁੰਦੇ ਨੇ। ਅੰਨ ਵਾਲੀ ਥਾਂ ਤੇ ਪ੍ਰਾਣ ਨਹੀਂ, ਤੇ ਪ੍ਰਾਣਾਂ ਵਾਲੀ ਥਾਂ ਤੇ ਅੰਨ ਨਹੀਂ ਜਾਂਦਾ। ਜੇ ਕੁਦਰਤੀ ਪਾਣੀ ਪੀਂਦਿਆਂ ਜਾਂ ਪ੍ਰਸ਼ਾਦਾ ਛਕਦਿਆਂ ਸਵਾਸ ਨਲੀ ਦੇ ਵਿੱਚ ਮਾਮੂਲੀ ਜਿਹਾ ਵੀ ਅੰਨ ਦਾ ਜਾਂ ਪਾਣੀ ਦਾ ਕਿਣਕਾ ਵੀ ਚਲਾ ਜਾਵੇ, ਸੂਈ ਦੀ ਨੋਕ ਜਿੰਨਾ ਵੀ ਚਲਾ ਜਾਵੇ, ਤੇ ਸਾਨੂੰ ਅਥਰੂ ਆ ਜਾਂਦਾ ਹੈ, ਕਿਉਂਕਿ ਸਵਾਸ ਨਲੀ ਉਹਨੂੰ ਪ੍ਰਵਾਨ ਨਹੀਂ ਕਰਦੀ। ਫਿਰ ਅਥਰੂ ਦੇ ਨਾਲ ਉਹਨੂੰ ਪੁੱਠਾ ਧੱਕਣ ਦਾ ਯਤਨ ਕਰਦੀ। ਅਸੀਂ ਕਹਿ ਦਿੰਦੇ ਹਾਂ ਅਥਰੂ, ਤੇ ਉਹ ਸਵਾਸ ਨਲੀ ਕਹਿੰਦੀ ਆ ਕਿੱਧਰ ਆ ਗਏ, ਨਹੀਂ ਮੈਨੂੰ ਚਾਹੀਦਾ, ਤੇ ਉਹ ਫਿਰ ਬਾਹਰ ਕੱਢਣ ਦੇ ਲਈ ਅਥਰੂ ਹੁੰਦਾ ਸਾਨੂੰ। ਜੇ ਨਿਕਲ ਜਾਂਦਾ ਤੇ ਠੀਕ ਹੈ, ਜੇ ਨਹੀਂ ਨਿਕਲਦਾ ਤੇ ਫਿਰ ਮੌਤ ਵੀ ਹੋ ਜਾਂਦੀ ਹੈ ਕਈ ਵਾਰੀ। ਸੋ ਅੰਨਮਈ ਕੋਸ਼, ਪ੍ਰਾਣਮਈ ਕੋਸ਼। ਇਸ ਤੋਂ ਅੱਗੇ ਆਉਂਦਾ ਮਾਨਮਈ ਕੋਸ਼, ਜਿੱਥੇ ਸਾਡਾ ਮਨ ਵਸਿਆ ਹੋਇਆ ਹੈ। ਤੇ ਚੌਥੇ ਨੰਬਰ ਤੇ ਫਿਰ ਆਉਂਦਾ ਹੈ ਗਿਆਨਮਈ ਕੋਸ਼, ਜਿੱਥੇ ਗਿਆਨ ਹੈ, ਜਿੱਥੇ ਸੋਝੀ ਹੈ। ਪੰਜਵੇਂ ਨੰਬਰ ਤੇ ਫਿਰ ਆਉਂਦਾ ਹੈ ਸੂਖਮ ਸਰੀਰ। ਇਹ ਮਨ ਜਿਹੜਾ ਜੇ ਤਾਂ ਗਿਆਨਵੇਂ ਕੋਸ਼ ਵਾਲੇ ਪਾਸੇ ਚਲਾ ਜਾਵੇ ਤੇ ਫਿਰ ਇਹਨੂੰ ਆਤਮਾ ਕਹਿ ਲਓ, ਸੂਖਮ ਸਰੀਰ ਕਹਿ ਲਓ, ਉਹਦੇ ਨਾਲ ਜੁੜ ਕੇ ਤੇ ਨਾਮ ਰਸ ਦੀ ਪ੍ਰਾਪਤੀ ਕਰਦਾ। ਜੇ ਇਹ ਮਨ ਬਾਹਰ ਆ ਜੇ ਨਾ, ਫਿਰ ਇਹ ਮਨ ਬਾਹਰ ਜਾਂ ਤਾਂ ਇਹਨੂੰ ਖਾਣ ਦੀ ਲਾਲਸਾ ਲੱਗੀ ਰਹਿੰਦੀ ਹੈ, ਜਾਂ ਪੀਣ ਦੀ, ਜਾਂ ਸੁਣਨ ਦੀ। ਬਾਕੀ ਜਿਹੜਾ ਸਰੀਰ ਹੈ ਨਾ, ਸਥੂਲ ਸਰੀਰ ਇਹਨੂੰ ਆਖਦੇ ਨੇ, ਜਿਹੜੇ ਪੰਜ ਗਿਆਨ ਇੰਦਰੀ ਇਹਦੇ ਨਾਲ ਜੁੜੇ ਹੋਏ ਨੇ, ਫਿਰ ਮਨ ਇੱਧਰ ਲੱਗਿਆ ਰਹਿੰਦਾ ਹੈ। ਮਨਮੇ ਕੋਸ਼ ਜਿਹੜਾ ਇਹ ਵਿਚਾਲੇ ਵੇ, ਜੇ ਤਾਂ ਥੱਲੇ ਨੂੰ ਚਲਾ ਜਾਵੇ, ਅੰਦਰ ਨੂੰ ਚਲਾ ਜਾਵੇ, ਤੇ ਫਿਰ ਇਹ ਗਿਆਨਮਈ ਗਿਆਨ ਪ੍ਰਾਪਤ ਕਰਦਾ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪ ਕੇ ਸਿਮਰਨ ਕਰਕੇ। ਤੇ ਜਿਹੜਾ ਅੰਦਰ ਆਤਮਾ ਹੈ ਉਹਨੂੰ ਰਸ ਦਿੰਦਾ। ਆਤਮਾ ਬਲਵਾਨ ਹੋ ਗਈ, ਜਦੋਂ ਆਤਮਾ ਦ੍ਰਿੜ ਹੋ ਗਈ, ਬਲਵਾਨ ਹੋ ਗਈ, ਫਿਰ ਇਹ ਡੋਲਦੀ ਨਹੀਂ, ਫਿਰ ਉਧਰ ਰਸ ਆਉਂਦਾ ਹੈ, ਆਤਮਾ ਬਲਵਾਨ ਹੋ ਜਾਂਦੀ ਹੈ, ਆਤਮਿਕ ਗਿਆਨ ਦੀ ਪ੍ਰਾਪਤੀ ਹੋ ਜਾਂਦੀ। ਇਸ ਤਰ੍ਹਾਂ ਕਹਿ ਲਓ, ਜ਼ਿਆਦਾ ਸਮਝ ਆਏਗੀ। ਆਤਮਿਕ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਫਿਰ ਰਸ ਨਿਰਸਨ, ਜਿਹੜੇ ਇੰਦਰੀਆਂ ਦੇ ਰਸ ਨੇ ਨਾ, ਉਧਰੋਂ ਮਨ ਨਿਰਾਸ਼ ਹੋ ਜਾਂਦਾ ਵੀ ਇਹ ਨਹੀਂ ਮੈਨੂੰ ਹੁਣ ਚਾਹੀਦੇ। ਰਸ ਗਾਵੇ, ਫਿਰ ਪਰਮਾਤਮਾ ਦਾ ਨਾਮ ਜਪ ਕੇ ਉਸ ਦੇ ਨਾਮ ਦਾ ਰਸ ਲੈਂਦਾ, ਫਿਰ ਗੁਰਬਾਣੀ ਗਾਇਨ ਕਰਨ ਦਾ ਰਸ ਆਉਂਦਾ ਹੈ। ਸੋ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਕਰ ਕਿਰਪਾ ਨਾਮ ਹਰਿ ਦਿਓ। ਇਸ ਤਰ੍ਹਾਂ ਨਾਮ ਦੇ ਵਿੱਚ ਮਨ ਦਾ ਜਿਹੜਾ ਲੱਗਣਾ, ਇਹ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਰਹਿਮਤ ਕਰਦਾ, ਨਾਮ ਦਿੰਦਾ ਹੈ। ਤੇ ਮਨ ਜਿਹੜਾ ਮਨਮੇ ਕੋਸ਼ ਫਿਰ ਨਾਮ ਜਪਦਾ, ਗਿਆਨਮੇ ਕੋਸ਼ ਅੱਗੇ ਆਤਮਿਕ ਸ਼ਕਤੀ, ਆਤਮਿਕ ਪ੍ਰਬਲਤਾ ਦੇ ਨਾਲ ਸਹਿਜ ਸੁਭਾਏ ਸਵਾਰਿਓ, ਤੇ ਫਿਰ ਸਾਡਾ ਜੀਵਨ ਸਵਰਦਾ ਜੀ। ਨਹੀਂ ਤਾਂ ਸਾਡਾ ਜੀਵਨ ਸਵਰਦਾ ਨਹੀਂ। ਉਦੋਂ ਤੱਕ ਜੀਵਨ ਨਹੀਂ ਸਵਰਦਾ ਜਦੋਂ ਤੱਕ ਅਸੀਂ ਅੰਦਰ ਵਾਲੇ ਪਾਸੇ ਨਹੀਂ ਉਤਰਦੇ। ਇਸ ਨੂੰ ਕਹਿੰਦੇ ਨੇ ਅੰਦਰ ਮੁਖੀ ਹੋਣਾ। ਤੇ ਬਾਹਰ ਮੁਖੀ ਕੀ ਹੈ? ਅੱਖਾਂ ਨਾਲ ਵੇਖ ਲਿਆ, ਇਸ ਨੂੰ ਸੁੰਦਰਤਾ ਹੀ ਵੇਖ ਲਈ ਅੱਖਾਂ ਨੇ, ਤੇ ਮਨ ਨੇ ਭੋਗ ਲਿਆ, ਕੰਨਾਂ ਦੇ ਨਾਲ ਗੰਦੇ ਗਾਣੇ ਸੁਣ ਲਏ, ਤੇ ਕੰਨਾਂ ਨੇ ਇਹ ਰਸ ਮਨ ਨੂੰ ਦਿੱਤਾ। ਇਸੇ ਤਰ੍ਹਾਂ ਜ਼ੁਬਾਨ ਦੇ ਨਾਲ, ਇਸੇ ਤਰ੍ਹਾਂ ਸਪਰਸ਼ ਚਮੜੀ ਦੇ ਨਾਲ, ਇਹ ਸਾਰਾ ਕੁਝ ਜਿਹੜਾ ਇਹ ਬਾਹਰ ਮੁਖੀ ਹੈ। ਤੇ ਅੰਤਰਮੁਖੀ ਜਿਹੜਾ ਹੈ ਇਹ ਆਤਮਿਕ ਗਿਆਨ ਹੈ, ਨਾਮ ਜਪ ਕੇ ਸਿਮਰਨ ਕਰਕੇ ਜੋ ਪ੍ਰਾਪਤ ਹੁੰਦਾ ਹੈ। ਸਹਿਜ ਸੁਭਾਏ ਸਵਾਰਿਓ, ਜਦੋਂ ਗੁਰੂ ਦੀ ਕਿਰਪਾ ਦੇ ਨਾਲ ਨਾਮ ਮਨ ਦੇ ਨਾਲ ਜੁੜ ਕੇ ਤੇ ਮਨ ਜਿਹੜਾ ਆਤਮ ਸੰਯੋਗ ਦੇ ਨਾਲ ਰਸ ਨੂੰ ਮਾਣਦਾ ਹੈ ਉਸ ਪ੍ਰਭੂ ਪਰਮਾਤਮਾ ਦੇ ਨਾਮ ਦਾ, ਤੇ ਫਿਰ ਆਪਣੇ ਆਪ ਸਹਿਜ ਸੁਭਾਏ ਦਾ ਅਰਥ ਹੁੰਦਾ ਸੁੱਖ ਦੇ ਨਾਲ। ਕੋਈ ਵੀ ਇਹਦੇ ਵਿੱਚ ਤਕਲੀਫ ਨਹੀਂ ਆਉਂਦੀ, ਸਰੀਰ ਨੂੰ ਕੋਈ ਵੀ ਇਹਦੇ ਵਿੱਚ ਤੰਗੀ ਨਹੀਂ ਆਉਂਦੀ। ਸੁਤੇ ਸਿੱਧੀ ਸਵਾਰਿਓ, ਗੁਰਮੁਖ ਪਿਆਰਿਆਂ ਦਾ ਅੰਦਰ ਸਬਰ ਜਾਂਦਾ ਹੈ ਜੀ। ਮਹਾਬਿਖਮ ਅਗਨ ਕਾ ਸਾਗਰ, ਤਿਸ ਤੇ ਪਾਰ ਉਤਾਰਿਓ। ਮਹਾ ਦਾ ਅਰਥ ਹੁੰਦਾ ਹੈ ਵੱਡਾ, ਤੇ ਵਿਖਮ ਦਾ ਅਰਥ ਹੁੰਦਾ ਹੈ ਬੜਾ ਮੁਸ਼ਕਲ ਵਾਲਾ। ਅਗਨ ਦਾ ਅਰਥ ਹੁੰਦਾ ਹੈ ਅੱਗ, ਤੇ ਸਾਗਰ ਦਾ ਅਰਥ ਹੈ ਸਾਗਰ। ਇਹ ਸੰਸਾਰ ਸਾਗਰ ਹੈ, ਤੇ ਇਹ ਬੜਾ ਔਖਾ ਅੱਗ ਦਾ ਸਾਗਰ ਹੈ। ਵਿਖਮ ਦਾ ਅਰਥ ਹੁੰਦਾ ਮੁਸ਼ਕਲ ਵਾਲਾ ਅਗਨ। ਕੇਵਲ ਅੱਗ ਨਹੀਂ, ਅੱਗ ਵੀ ਬੜੀ ਇਹ ਮੁਸ਼ਕਲ ਵਾਲੀ ਹੈ। ਮੁਸ਼ਕਲ ਵਾਲੀ ਕਿਉਂ ਹੈ? ਜਿਵੇਂ ਬਾਹਰ ਦੀ ਅੱਗ ਹੈ, ਸਾਡੇ ਕੋਲ ਇੰਤਜ਼ਾਮ ਹੈ, ਅਸੀਂ ਪਾਣੀ ਡੋਲ ਕੇ ਬੰਦ ਕਰ ਦਿੰਦੇ ਹਾਂ, ਬੁਝਾ ਦਿੰਦੇ ਹਾਂ।
ਬਾਹਰ ਕਈ ਵਾਰੀ ਅੱਗ ਲੱਗ ਜਾਂਦੀ ਹੈ, ਜੰਗਲਾਂ ਨੂੰ ਕੰਟਰੋਲ ਲੈਸ ਹੋ ਜਾਂਦੀ ਹੈ, ਸਾਡੇ ਤੋਂ ਕੰਟਰੋਲ ਨਹੀਂ ਹੁੰਦੀ, ਤੇ ਫਿਰ ਅਸੀਂ ਹੌਲੀ ਹੌਲੀ ਉਹਨੂੰ ਕੰਟਰੋਲ ਕਰ ਲੈਂਦੇ ਹਾਂ। ਔਖੀ ਨਹੀਂ ਹੈਗੀ, ਹੋ ਜਾਏਗੀ। ਪਰ ਜਿਹੜੀ ਇਹ ਅੱਗ ਹੈ ਨਾ, ਇਹ ਵਿਖਮ ਹੈ, ਇਹ ਕੰਟਰੋਲ ਨਹੀਂ ਹੁੰਦੀ। ਇਹ ਕੰਟਰੋਲ ਕਿਉਂ ਨਹੀਂ ਹੁੰਦੀ? ਇਹ ਸੂਖਮ ਰੂਪ ਦੇ ਵਿੱਚ, ਜਿਹੜੀ ਸਥੂਲ ਰੂਪ ਦੇ ਵਿੱਚ ਉਹ ਹੱਥਾਂ ਦੇ ਨਾਲ ਪਕੜ 'ਚ ਆ ਜਾਂਦੀ ਹੈ, ਉਹਨੂੰ ਅਸੀਂ ਸਥੂਲ ਚੀਜ਼ਾਂ ਦੇ ਨਾਲ ਬੰਦ ਕਰ ਦਿੰਦੇ ਹਾਂ। ਸਥੂਲ ਚੀਜ਼ਾਂ ਉਹ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਵੇਖਦੇ ਹਾਂ ਤੇ ਪਕੜ ਕਰ ਸਕਦੇ ਹਾਂ, ਜਿਨ੍ਹਾਂ 'ਤੇ ਅਸੀਂ ਕੰਟਰੋਲ ਕਰ ਸਕਦੇ ਹਾਂ। ਜਿਹੜੀ ਬਾਹਰ ਦੀ ਅੱਗ ਇਹ ਸਥੂਲ ਹੈ, ਤੇ ਸਥੂਲ ਉਹਨੂੰ ਆਖਿਆ ਜਾਂਦਾ ਜਿਹੜੀ ਦਿਸਦੀ ਹੈ ਤੇ ਜਿਹਨੂੰ ਅਸੀਂ ਪਕੜ ਸਕਦੇ ਹਾਂ, ਕੰਟਰੋਲ ਵਿੱਚ ਕਰ ਸਕਦੇ ਹਾਂ। ਪਾਣੀ ਇਹ ਸਾਡੀ ਪਕੜ ਦੇ ਵਿੱਚ ਆ ਜਾਂਦਾ ਹੈ ਪੈਪ ਦੇ ਰਸਤੇ, ਤੇ ਅੱਗ ਜਿਹੜੀ ਇਹ ਸਾਡੀ ਪਕੜ ਦੇ ਵਿੱਚ ਆ ਜਾਂਦੀ ਹੈ। ਅਸੀਂ ਚੁੱਲ੍ਹੇ ਵਿੱਚ ਇਹਨੂੰ ਕੰਟਰੋਲ ਕਰਕੇ ਆਪਣੀ ਇੱਛਾ ਅਨੁਸਾਰ ਮਚਾਉਂਦੇ ਹਾਂ, ਕਿਉਂਕਿ ਇਹ ਸਥੂਲ ਨੇ। ਤੇ ਜਿਹੜੀ ਇਹ ਵਿਖਮ ਸਾਗਰ ਦੀ ਅੱਗ ਹੈ ਨਾ, ਸੰਸਾਰ ਦੀ ਅੱਗ ਹੈ ਜਿਹੜੀ, ਇਹ ਸੂਖਮ ਰੂਪ ਦੇ ਵਿੱਚ ਦਿਸਦੀ ਨਹੀਂ। ਇਹਨੂੰ ਭਾਏ ਵੀ ਆਖਿਆ, ਭਾਏ ਜਲੇ ਸੰਸਾਰਾ, ਗੁੱਝੀ ਭਾਏ। ਗੁਰਬਾਣੀ ਦੇ ਅੰਦਰ ਇਹਨੂੰ ਗੁੱਝੀ ਭਾਏ ਆਖਿਆ। ਗੁੱਝੀ ਭਾਏ ਦਾ ਅਰਥ ਹੁੰਦਾ, ਗੁੱਝੀ ਦਾ ਅਰਥ ਹੈ ਮਾਝੇ ਦੀ ਬੋਲੀ ਦਾ ਸ਼ਬਦ ਹੈ ਤੇ ਲੁਕੀ ਹੋਈ ਹੈ, ਦਿਸਦੀ ਨਹੀਂ। ਗੁੱਝੀ ਭਾਏ ਦਾ ਅਰਥ ਹੁੰਦਾ ਲੁਕੀ ਹੋਈ ਹੈ, ਦਿਸਦੀ ਨਹੀਂ ਪਰ ਸਾੜ ਰਹੀ ਹੈ। ਇਹ ਹੁਣ ਹੈ ਕਿਹੜੀ? ਅਸੀਂ ਇੱਕ ਦੂਜੇ ਨੂੰ ਵੇਖ ਕੇ ਤੇ ਅੰਦਰੋਂ ਸੜ ਬਲ ਜਾਂਦੇ ਹਾਂ। ਇਹ ਹੁਣ ਅੰਦਰੋਂ ਕਿਉਂ ਸੜੇ ਆ? ਕਿਉਂਕਿ ਅੰਦਰ ਦੀ ਅੱਗ ਹੈ, ਈਰਖਾ ਦੀ, ਦੁਵੈਸ ਦੀ, ਬੁਰਾਈਆਂ ਦੀ। ਅਸੀਂ ਆਪਣੇ ਦੁੱਖ ਤੋਂ ਦੁਖੀ ਨਹੀਂ, ਜਿਤਨਾ ਦੂਜੇ ਦੇ ਸੁੱਖ ਤੋਂ ਦੁਖੀ ਹਾਂ। ਅਸੀਂ ਦੂਜੇ ਦੇ ਸੁੱਖ ਨੂੰ ਨਾਸ਼ ਕਰਨ ਤੇ ਲੱਗੇ ਹੋਏ ਹਾਂ, ਆਪਣੇ ਦੁੱਖ ਨੂੰ ਨਾਸ਼ ਕਰਨ ਤੇ ਨਹੀਂ ਲੱਗੇ। ਵਾਧਾ ਤੇ ਵਧੀ ਜਾਵੇ ਕੋਈ ਨਹੀਂ, ਪਰ ਇਹ ਸੁਖੀ ਨਾ ਰਵੇ, ਇਹ ਸੁੱਖ ਦੇ ਵਿੱਚ ਨਾ ਹੋਵੇ। ਸੋ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ। ਇਸ ਤਰ੍ਹਾਂ ਜਿਹੜੀ ਈਰਖਾ, ਦਵੈਸ ਤੇ ਬੁਰਾਈਆਂ ਦੀ ਅੱਗ ਹੈ ਨਾ, ਇਹ ਸੂਖਮ ਰੂਪ ਦੇ ਵਿੱਚ ਤੇ ਇਹਨੂੰ ਕੰਟਰੋਲ ਕਰਨਾ ਬੜਾ ਔਖਾ ਹੈ। ਤਿਸਤੇ ਪਾਰ ਉਤਾਰਿਓ ਗੁਰੂ ਨੇ ਕਿਰਪਾ ਕਰ ਦਿੱਤੀ ਹੈ ਨਾਮ ਦੀ ਦਾਤ ਬਖਸ਼ਿਸ਼ ਕਰਕੇ। ਤੇ ਇਸ ਬੜੀ ਭਿਆਨਕ ਸੂਖਮ ਸੰਸਾਰ ਦੀ ਅੱਗ ਦੇ ਵਿੱਚੋਂ ਗੁੱਝੀ ਭਾਏ ਜਲੇ ਸੰਸਾਰਾ, ਜੋ ਗੁਰਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਦਾ ਫਰਮਾਨ ਹੈ, ਇਹ ਗੁੱਝੀ ਭਾਏ ਲੁਕੀ ਹੋਈ ਅੱਗ ਤੋਂ ਵੀ ਸਾਨੂੰ ਬਚਾ ਲਿਆ, ਜਿੰਦੇ ਵਿੱਚ ਸੰਸਾਰ ਮਚ ਰਿਹਾ ਹੈ ਜੀ। ਵੇਖ ਦਾ ਅਰਥ ਹੁੰਦਾ ਵੇਖਣਾ। ਹੁਣ ਜਦੋਂ ਸਾਡੇ ਅੰਦਰ ਦੀ ਅੱਗ ਬੁਝ ਗਈ ਨਾ, ਅੰਦਰ ਈਰਖਾ ਦਵੈਸ ਨਹੀਂ ਰਹੀ, ਤੇ ਫਿਰ ਅੰਦਰ ਦੀ ਇਸ ਬੁਝੀ ਹੋਈ ਅੱਗ ਤੋਂ ਬਾਅਦ ਜਿਹੜਾ ਨਾਮ ਰਸ ਅੰਦਰ ਪ੍ਰਾਪਤ ਹੁੰਦਾ, ਉਸ ਪ੍ਰਭੂ ਪਰਮਾਤਮਾ ਦਾ ਪ੍ਰਕਾਸ਼ ਅੰਦਰ ਪ੍ਰਾਪਤ ਹੁੰਦਾ, ਅਣਹਦ ਧੁਨ ਅੰਦਰ ਪ੍ਰਾਪਤ ਹੁੰਦੀ, ਅੰਦਰੋਂ ਗਿਆਨ ਪ੍ਰਕਾਸ਼ ਹੁੰਦਾ ਹੈ। ਇਹਨੂੰ ਫਿਰ ਵੇਖ ਵੇਖ ਕੇ ਤੇ ਵਿਗਸਾਨੋਂ ਦਾ ਅਰਥ ਹੈ ਵਿਕਸਣਾ। ਜਿਵੇਂ ਫੁੱਲ ਖਿੜਦਾ ਹੈ ਤੇ ਉਹਦੇ ਵਿੱਚੋਂ ਮਹਿਕ ਨਿਕਲਦੀ ਹੈ, ਬੰਦ ਫੁੱਲ ਦੇ ਵਿੱਚੋਂ ਮਹਿਕ ਨਹੀਂ ਨਿਕਲਦੀ। ਜਦੋਂ ਫੁੱਲ ਖਿੜਦਾ ਹੈ ਤੇ ਉਹਦੇ ਵਿੱਚੋਂ ਫਿਰ ਮਹਿਕ ਨਿਕਲਦੀ ਹੈ। ਇਸ ਤਰ੍ਹਾਂ ਸੱਚੇ ਸਤਿਗੁਰ ਦੀ ਕਿਰਪਾ ਦੇ ਨਾਲ, ਰਹਿਮਤ ਦੇ ਨਾਲ ਮਨ ਜਿਹੜਾ, ਉਹਦੇ ਵਿੱਚੋਂ ਉਸ ਪ੍ਰਭੂ ਪਰਮਾਤਮਾ ਦੀਆਂ ਮਹਿਕਾਂ ਨਿਕਲਦੀਆਂ ਨੇ, ਨਾਮ ਦੀਆਂ ਮਹਿਕਾਂ ਚੱਲਦੀਆਂ ਨੇ। ਪੁਨਹ ਪੁਨਹ ਬਲਿਹਾਰੋ, ਪੁਨਹ ਦਾ ਅਰਥ ਹੁੰਦਾ ਫੇਰ ਫੇਰ। ਇਸ ਸ਼ੁਕਰਾਨੇ ਦੇ ਲਈ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਤੋਂ, ਆਪਣੇ ਸੱਚੇ ਸਤਿਗੁਰ ਤੋਂ ਵਾਰੀ ਵਾਰੀ ਫੇਰ ਫੇਰ ਬਲਿਹਾਰ ਜਾਂਦੇ ਹਾਂ ਜੀ। ਪਾਵਨ ਸ਼ਬਦ ਉਸੇ ਖਿਆਲ ਦਾ ਹੈ, ਧੰਨ ਗੁਰੂ ਅਰਜਨ ਦੇਵ ਜੀ ਦਾ। ਇਹ ਪਾਵਨ ਸ਼ਬਦ ਵੀ ਉਸੇ ਖਿਆਲ ਦਾ ਹੈ। ਹਰ ਹਰ ਮਨ ਮੈਂ ਨਾਮ ਕਹਿਓ। ਇਹ ਮਨ ਜਿਹੜਾ, ਜਦੋਂ ਤੱਕ ਇਹਦੇ ਵਿੱਚ ਨਾਮ ਨਹੀਂ ਆਖਿਆ ਜਾਂਦਾ, ਉਦੋਂ ਤੱਕ ਗੱਲ ਨਹੀਂ ਬਣਦੀ। ਇਹਨੂੰ ਵਸ ਦੇ ਵਿੱਚ ਕਰਨ ਦਾ ਇੱਕ ਬੜਾ ਸੌਖਾ ਤਰੀਕਾ ਹੈ। ਚੌਂਕੜਾ ਮਾਰ ਕੇ ਬੈਠ ਜਾਈਏ, ਸਰੀਰ ਜਿਹੜਾ ਇਹਨੂੰ ਬਿਲਕੁਲ ਸਥਿਰ ਭਾਵ ਟਿਕਾਊ ਦੇ ਵਿੱਚ ਲਿਆ ਕੇ ਤੇ ਇਹਨੂੰ ਢਿੱਲਾ ਜਿਹਾ ਛੱਡ ਦੇ। ਉਸ ਤੋਂ ਬਾਅਦ ਫਿਰ ਆਪਣੇ ਚੱਲ ਰਹੇ ਸਵਾਸਾਂ ਨੂੰ ਵੇਖਣਾ ਕਰੀਏ। ਜਦੋਂ ਸਵਾਸ ਅੰਦਰ ਜਾਵੇ ਉਦੋਂ ਵੀ ਵਾਹਿਗੁਰੂ ਆਖੇ, ਤੇ ਜਦੋਂ ਸਵਾਸ ਬਾਹਰ ਆਵੇ ਨਾ ਉਦੋਂ ਵੀ ਵਾਹਿਗੁਰੂ ਆਖੇ। ਸਾਡੀ ਜਿਹੜੀ ਧਿਆਨ ਸ਼ਕਤੀ ਉਹ ਫਿਰ ਸਵਾਸਾਂ ਦੇ ਵਿੱਚ ਲੱਗ ਜਾਏਗੀ।
क्योंकि इस तरह दस्या जाता है कि मन है जिहड़ा ये अपने आप बाहर नहीं जाता, ये ध्यान शक्ति दे नाल मेल करके बाहर जाता है। मन की कल्ले की समर्था ही कुछ नहीं, मन कल्ला कुछ कर ही नहीं सकता, इनू आसरे की लोड़ है। जदों मन जिहड़ा है ये ध्यान दे उत्ते सवार हो जाता है, ध्यान दे नाल मेल करता है, तो फिर जिथे भी साडा ध्यान चला जाता है मन उत्थे चला जाता है। हुण साडा ध्यान है जिहड़ा ये सुआसां दे नाल है, सुआस अंदर गया है उदों भी वाहिगुरू आखना, ध्यान सुआसां दे विच रखना है। सुआस अंदर जाता है तो सुआस बाहर आउंदा है, सुआसां दे विच ध्यान रखना है, तो इस तरह चौंकड़ा मार के वाहिगुरू वाहिगुरू दा सिमरन करना है। पहलू बोल के करना है, फिर कंठ दे विच करना है। ध्यान है जिहड़ा सुआसां च रखना है, तो फिर अपने आप हौली हौली ये मन दे विच चला जाता है। जदों मन दे विच चला गया तो फिर मन नूं ये सोझीए भी ये जिहड़ा नाम है ना, ये साडी आत्मा रूह दी खुराक है, इनू मैं रूह नूं देवां, फिर ये आत्मा दे नाल जुड़ जाता है। जिवें सूरज तक असी नहीं पहुँच सकते, सूरज जिहड़ा है उतों तक जिहड़ा भी जाएगा वो सड़ जाएगा। सूरज एक अग दे गोले की तरह है, तो धरती दे वेखो इहदे चढ़न दे नाल इतनी तपस हो जाती है, तो उहदे नेड़े ज्ञान तक ही हाल होएगा। इतनी गरमैश हो जाएगी कि साडी जिहड़ी चमड़ी है ये बर्फ की तरह पिघलन लग जाएगी, नहीं जा सकते। फिर असी सूरज का ज्ञान प्राप्त करना है, तो फिर किवें करांगे? सूरज दीयां किरणां तो, सूरज दीयां किरणां तो सानू सूरज का ज्ञान है जिहड़ा वो प्राप्त हुंदा है। इस तरह विज्ञान ने सूरज दीयां किरणां तो ज्ञान प्राप्त करके ना ये सिद्ध कर लिया कि सूरज जिहड़ा ये गैसां का गोला है, गैसां मच रहीआं ने, ये गैसां का गोला है, तो इहदी भी कोई उम्र है, ये भी उम्र घट रही है। जदों सारियां मच जाणगियां फिर ये ठंडा हो जाएगा। जिवें साडी धरती पहलों कहंदे गोला सी ते हुण ठंडी हो गई है। मैं जिथे गल लैके आउणी, इस तरह परमात्मा जिहड़ा वो सूरज की तरह है, तो किरणां ने जिहड़ियां वो आत्मा है जो साडे अंदर प्रवेश है। परमात्मा, परमात्मा तो किरण रूप आत्मा, तो जिवें किरणां सानू नहीं दिसदियां उन्हां तो प्रकाश जिहड़ा वो सानू दिसदा, चानण दिसदा। उस तरह आत्मा का सानू ज्ञान नहीं हैगा, पर मन है ना जिहड़ा ये आत्मा का प्रकाश है, इहदे तो सानू मन है जिहड़ा मन का पता लगता भी साडे मन दे विच विचार चल रही है, मन कुछ कर रहा है। जे हुण असी परमात्मा का ज्ञान प्राप्त करना है तां ही तो उहनूं बेअंत आखिया जांदा, उत्थे तक नहीं जाया जांदा। फिर उसका ज्ञान जिहड़ा है वो मन नूं किरणां दे नाल आत्मा दे नाल जोड़ के ते आत्मक ज्ञान की जदों प्राप्ति होगी, जिहड़ी आत्मक ज्ञान की प्राप्ति है उस नाल ही परमात्मा की प्राप्ति हुंदी है। परमात्मा का रूप होके उस दे विच अभेद हो जाइदा है। सो धन गुरु जी रहमत करते हैं, हर हर मन में नाम कहो। इस तरह उस वाहिगुरू का नाम है जिहड़ा ये मन दे विच कहना है। तो कहण का तरीका मैं एक बारी फिर दस दियां। साडी ध्यान शक्ति है, ये ध्यान शक्ति दे नाल रल के मन जिहड़ा शरीर च नहीं रहिंदा, जिथे भी साडा ध्यान जाएगा मन उत्थे चला जाएगा। तां करके ध्यान है जिहड़ा उहनूं सुआसां दे विच किते तां रोकना पएगा, बिना किते लाए तो ध्यान नहीं रोकदा। ध्यान है जिहड़ा ये बड़ा चंचल है, इनू किते ना किते ला के रखना पैना है। इनू सुआसां दे विच ला लीए, सुआसां दा ध्यान रखिए, सुआसां दा ध्यान रखदिआं सुआसां दे विच ध्यान नूं जोड़ के ते सिमरन करिए। ये फिर मन जिहड़ा अपने आप ही सुआसां दे नाल नाम जपण लग जाएगा। मन में नाम कहो। इस तरह सच्चे सतगुर की कृपा दे नाल जिन्हां ने मन दे विच उस प्रभु परमात्मा दे नाम नूं जपना कीता है जी। कोट अपराध मिटे किल भीतर, ताका दुख ना रहियो। कोट अपराध, एक पाप हुंदा है ते एक अपराध हुंदा है। ये दो हुंदे ने। पाप जिहड़ा असीं मन दे विच सोचदे हां वो पाप है, ते जिहड़ा शरीर करके कर दिता वो अपराध बन जाता है। ये कलयुग का ये नियम है। जदों असी मन दे विच किसी की बुराई सोचते हाँ तो शरीर करके उसनूं करते हैं, तो फिर इसकी जिहड़ी सज़ा है ना ये दुगनी हो जाती है।
मन करके असी किसी का बुरा सोचे पाप तो लग गया है, पर जे उन्होंने असी प्रैक्टिकली कर भी दिता है तो फिर अपराध बन गया। साडी सरकार है जिहड़ी ये अपराध करने वाले नूं अपराधी आख के ते उन्होंने दंड देंदी है, पकड़ लैंदी भी ये अपराधी है। मैं एक बार फिर थोड़ा समझाने का यतन करा। एक पाप हुंदा है ते एक अपराध हुंदा है ये गुनाह एक ही, इहदे दो रूप ने, जां इस तरह कह लो गुनाह एक ही है ते इहनूं वधाया ते घटाया जांदा है। जिवें साडी किसी दे नाल नहीं बनदी, वो साडे कोलों मोटरसाइकिल लैके लंघिया ते असी मन दे विच उहदे बारे बुराई सोचीए, ये डिग पवे, ये मर जावे, इहदा एक्सीडेंट होवे, ये मन ने सोचिया ना। जदों मन ने सोचिया है ते मन नूं इहदा पाप लग गया, मन मैला हो गया, मन दे विच बुराई हो गई है। जे असी प्रैक्टिकली ही मन दे विच सोचिया किसी नूं मारन दा ते फिर उहनूं मार दिता ते फिर ये अपराध बन गया है। ये पाप है जिहड़ा ये हुण वध गया। पहलू जिहड़ी मन दी मैल सी उहदे जिहड़ी सज़ा सी थोड़ी सी, ते हुण जदों उस मन दे कीते हुए पाप नूं असी प्रैक्टिकली करके अपराध बना दिता ते फिर ये सज़ा जिहड़ी ये वध जानी है, ये गुनाह वध जाना है। साडी सरकार भी सानूं दंड देवेगी ते परमात्मा दे घर भी ये लेखा जोखा है ना जिहड़ा ये वध के देना पएगा। सो धन गुरु महाराज जी रहमत करते हैं। कोट अपराध असी जिहड़ियां शरीर दे नाल बुराइयां कर दित्तियां ने मन दे विच सोच करके, पहलों मन च सोचिया पाप बनिया ते फिर उन्होंने शरीर करके कर दिता ते वो पाप जिहड़ा दुगनी सज़ा वाला हो गया। वो भी गुनाह ने जिहड़े साडे वो मिट गए ने। कोट अपराध मिटे खिन पीतर, थोड़े जे समय दे विच नाम जपण दे नाल थोड़े जे समय दे विच ताका दुख ना रहो। उस गुरमुख प्यारे का कोई दुख रहा ही नहीं, क्योंकि पाप है जिहड़ा, पाप का उल्टा रूप है जिहड़ा ये दुख है। जदों असी मन दे विच पाप करते हैं, ये पाप ने जिहड़े ये 10 प्रकार दे ने। ये 10 प्रकार के पापां दे विचों असल विच ये जिहड़े मन दे 3 पाप ने ना, किसी दे शरीर का बुरा सोचना, किसी दे धन दौलत का बुरा सोचना ते किसी दी इज्जत का बुरा सोचना, ये 3 ही ने। मन करके ने ते फिर अगे तन करके शरीर करके हैं वो 3 पाप, फिर 3 शरीर करके कर दिते ने, अपराध बन गए ने। इस तरह फिर जबान है जिहड़ी, जबान दे नाल निंदिया चुगली करनी है ते 4 हो गए ने। फिर ये भी एक तरह का अपराध दे विच आ जाता, क्योंकि बोलिया गया समाज दे विच आ गया है, मन दे विच नहीं रहा। पहलों गुप्त सी मन दे विच। सो इस तरह के जिहड़े गुनाह ने सच्चे सतगुर कृपा करते हैं, मन दे विच नाम जपण दे नाल थोड़े समय दे विच सारे दूर हो जाते हैं। ताका दुख ना रहो, उनका दुख नहीं रहिंदा, क्योंकि पाप है जिहड़ा मनुख दा कीता होया, इहनूं शरीर दे दुख करके, मन दे दुख करके। दुख भी 2 प्रकार दे ने, एक मानसिक दुख है ते एक शरीरिक दुख है। एक मानसिक दुख है ते एक शरीरिक दुख है। जिहड़ा मानसिक दुख है ना, ये सब तो वड्डा दुख है। मन दे विच दुख, शरीर बड़ा तंदुरुस्त है, शरीर दे विच कोई कमी नहीं, शरीर बड़ा तंदुरुस्त है, शरीर दे विच कमी कोई नहीं, कोई बीमारी नहीं। पर मन जिहड़ा वो खुश नहीं, वो दुखी है किसी ना किसी कारण नूं लैके। कोई ना कोई कारण जरूर है जिंदे करके मन दुखी रहिंदा है, मन खुश नहीं रहिंदा। ते ये पाप है जिहड़ा ये दुख रूप हो के जो मिलता है, गुरु महाराज जी रहमत करते हैं, नाम जपण दे नाल ये दुख भी दूर हो गए। हाँ जी। विश्राम ला के धन गुरु महाराज जी रहमत करते हैं, लभदियां खोजत का अर्थ हुंदा खोजना। उस परमात्मा की अपने शरीर के अंदर खोज करदियां भयो बैरागी। जदों इस पासे तुर पवे तो फिर संसार के अलो फकीर हो जीता है, बैरागी हो जीता है। परमात्मा नूं लभदियां बैरागी हो गया। साधु संग लिओ ते हुण जिहड़ी साधु की संगत है ना, वो चंगी लगदी, उसनूं लै लिया, प्राप्त कर लिया है जी। सकल त्याग एक बैरागी, हर हर जन्म गहियो। सगल त्याग, हुण सारा कुछ ही छड्ड दिता है। त्याग का अर्थ हुंदा है छड्डना, सारा कुछ ही छुट जांदा। संसार दीयां सारियां क्रियावां ने जिहड़ियां छुट जाया करदियां ने।
ਏਕਲੀ ਵਿਲਾਗੀ, ਕਿਉਂਕਿ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੀ ਪ੍ਰੀਤ ਜੋ ਬਣ ਗਈ। ਹਰ ਹਰ ਚਰਨ ਗਇਓ, ਵਾਹਿਗੁਰੂ ਵਾਹਿਗੁਰੂ ਜਿਹੜਾ ਨਾਮ ਹੈ ਨਾ, ਇਹ ਉਸ ਪਰਮਾਤਮਾ ਦੇ ਚਰਨ ਨੇ ਇਹਨਾਂ ਨੂੰ ਪਕੜ ਲਿਆ ਹੈ ਜੀ। ਕਹਿ ਦੋ ਮੁਕਤਾ ਕਹਿਤ ਭਗਤ ਸੁਣਤੇ ਨਿਸਤਾਰੇ, ਜੋ ਜੋ ਸ਼ਰਨ ਪਇਓ। ਜਿਹੜਾ ਵੀ ਉਸ ਪਰਮਾਤਮਾ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ, ਉਹ ਨਾਮ ਨੂੰ ਭਾਵੇਂ ਆਖੇ ਤੇ ਭਾਵੇਂ ਸੁਣੇ। ਦੋ ਤਰੀਕੇ ਨੇ, ਇੱਕ ਆਖਣਾ ਤੇ ਇੱਕ ਸੁਣਨਾ। ਇਹਨਾਂ ਦੋਵਾਂ ਦੇ ਵਿੱਚੋਂ ਜਿਹੜਾ ਸਰੋਤਾ ਹੈ ਨਾ, ਉਸ ਦੇ ਉੱਤੇ ਜ਼ਿਆਦਾ ਅਸਰ ਹੁੰਦਾ ਹੈ, ਉਹ ਛੇਤੀ ਇਸ ਪਾਸੇ ਲੱਗ ਜਾਂਦਾ ਹੈ। ਕਹਿਤ ਮੁਕਤ ਸੁਣਤੇ ਨਿਸਤਾਰੇ। ਨਿਸਤਾਰੇ ਦਾ ਅਰਥ ਹੁੰਦਾ ਹੈ ਭਲਾ ਹੋ ਜਾਣਾ। ਕਹਿਣ ਵਾਲੇ ਦਾ ਵੀ ਭਲਾ ਹੋ ਜਾਂਦਾ ਹੈ, ਸੁਣਨ ਵਾਲੇ ਦਾ ਵੀ ਭਲਾ ਹੋ ਜਾਂਦਾ ਹੈ, ਦੋਵੇਂ ਹੀ ਤਰ ਜਾਂਦੇ ਨੇ। ਜੋ ਜੋ ਸ਼ਰਨ ਪਇਓ, ਜਿਹੜਾ ਵੀ ਉਸ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਂਦਾ ਹੈ ਜੀ। ਸਿਮਰ ਸਿਮਰ ਸੁਆਮੀ ਪ੍ਰਭ ਆਪਣਾ, ਕਉ ਨਾਨਕ ਅਨੰਦ ਪਇਓ। ਧੰਨ ਗੁਰੂ ਜੀ ਰਹਿਮਤ ਕਰਦੇ ਨੇ। ਸਿਮਰ, ਸਿਮਰ ਦਾ ਅਰਥ ਹੁੰਦਾ ਹੈ ਚੇਤੇ ਕਰਨਾ, ਯਾਦ ਕਰਨਾ। ਵਾਰੀ ਵਾਰੀ ਕਿਸੇ ਦੇ ਨਾਮ ਨੂੰ ਆਪਣੀ ਰਸਨਾ ਦੇ ਉੱਤੇ ਲੈ ਕੇ ਆਉਣਾ। ਸਿਮਰ ਸਿਮਰ ਸੁਆਮੀ ਪ੍ਰਭ ਆਪਣਾ, ਆਪਣੇ ਵਾਹਿਗੁਰੂ ਨੂੰ ਚੇਤੇ ਕਰਦਿਆਂ, ਯਾਦ ਕਰਦਿਆਂ ਕਹੋ ਨਾਨਕ ਆਨੰਦ ਪਇਓ। ਤੇ ਹੁਣ ਭਾਈ ਅੰਦਰ ਆਨੰਦ ਹੋ ਗਿਆ ਹੈ, ਅੰਦਰ ਖੁਸ਼ੀ ਹੋ ਗਈ। ਇਹ ਪਾਵਨ ਸ਼ਬਦ ਹੈ ਜਿਹੜਾ ਇੱਕ ਬੜੀ ਉੱਚੀ ਅਵਸਥਾ ਵਾਲਾ ਹੈ। ਤੇ ਇਹ ਉੱਚੀ ਅਵਸਥਾ ਜਿਹੜੀ ਇਹ ਨਾਮ ਦੀ ਕਮਾਈ ਦੇ ਨਾਲ ਪ੍ਰਾਪਤ ਹੁੰਦੀ ਹੈ, ਨਾਮ ਜਪਣ ਦੇ ਨਾਲ ਪ੍ਰਾਪਤ ਹੁੰਦੀ ਹੈ, ਸਿਮਰਨ ਕਰਨ ਦੇ ਨਾਲ ਪ੍ਰਾਪਤ ਹੁੰਦੀ ਹੈ। ਤਾਂ ਤੇ ਦਾਸ ਵਕਤ ਵਕਤ ਦੇ ਨਾਲ